Now here is the Dalton's atomic theory. According to Dalton's theory, matter, whether an element, a compound, a mixture, is composed of small particles called atom. Dalton atomic theory ਦੇ according matter, ਚਾਹੇ ਉਹਦੇ ਵਿੱਚ ਐਲੀਮੈਂਟਸ ਹੈ, ਚਾਹੇ ਉਹ ਐਲੀਮੈਂਟ ਹੈ, ਚਾਹੇ ਉਹ ਕੰਪਾਊਂਡ ਹੈ, ਚਾਹੇ ਉਹ ਕਿਸੇ ਚੀਜ਼ ਦਾ ਮਿਕਸਚਰ ਹੈ, ਸਭ ਦੇ ਵਿੱਚ ਮੈਟਰ ਕਿਸ ਚੀਜ਼ ਦਾ ਬਣਿਆ ਹੋਇਆ, ਛੋਟੇ ਛੋਟੇ ਪਾਰਟੀਕਲਸ ਦਾ ਬਣਿਆ ਹੋਇਆ ਹੈ, ਔਰ ਉਹ ਪਾਰਟੀਕਲਸ ਨੂੰ ਅਸੀਂ ਕੀ ਕਹਿੰਦੇ ਆ, ਐਟਮ ਕਹਿੰਦੇ ਆ। ਇਹ ਥਿਊਰੀ ਹੈ, ਡਾਲਟਨ ਐਟੋਮਿਕ ਥਿਊਰੀ ਹੈ। ਕਹਿੰਦੇ ਇਸ ਥਿਊਰੀ ਦਾ ਕੁਝ ਪੋਸਟੂਲੇਟਸ ਨੇ। ਪੋਸਟੂਲੇਟਸ ਕੀ ਨੇ? all matter is made of very tiny particles called atom। सब तो पहला postulate, सब तो पहली condition की है कि जिन्ना भी मैटर, जिन्ने भी मैटर्स ने सारे सारे टाइनी पार्टिकल्स से बने हुए हैं, छोटे छोटे पार्टिकल्स से बने हुए हैं, जिन्होंने उसी एटम कहने हैं। Atoms are indivisible particles, we cannot be created or destroyed in a chemical reaction। कहते atoms ਜਿਹੜਾ ਇਹ ਛੋਟਾ ਜਿਹਾ ਪਾਰਟੀਕਲ ਹੈ, indivisible ਹੈ। indivisible means ਉਹਦੇ ਫਰਦਰ ਫ੍ਰੈਕਸ਼ਨਸ ਨਹੀਂ ਕੀਤੇ ਜਾ ਸਕਦੇ, ਉਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਡਿਵਾਈਡ ਨਹੀਂ ਕੀਤਾ ਜਾ ਸਕਦਾ। ਨਾ ਉਹਨੂੰ ਕ੍ਰੀਏਟ, ਨਾ ਉਹਨੂੰ ਬਣਾਇਆ ਜਾ ਸਕਦਾ, ਨਾ ਉਹਨੂੰ ਡਿਸਟਰੋਏ ਕੀਤਾ ਜਾ ਸਕਦਾ। ਐਟਮਸ ਆਫ ਅ ਗਿਵਨ ਐਲੀਮੈਂਟਸ ਆਰ ਆਈਡੈਂਟੀਕਲ ਇਨ ਮਾਸ ਐਂਡ ਕੈਮੀਕਲ ਪ੍ਰੋਪਰਟੀਜ਼। ਕਹਿੰਦੇ ਗਿਵਨ ਐਲੀਮੈਂਟ ਦਾ, ਗਿਵਨ ਐਲੀਮੈਂਟ ਮੀਨਸ ਮੈਂ ਕੋਈ ਇੱਕ ਐਲੀਮੈਂਟ ਲੈ ਲਿਆ, ਮੰਨ ਲਓ ਹਾਈਡਰੋਜਨ, ਤਾਂ ਹਾਈਡਰੋਜਨ ਨੂੰ ਮੈਂ 10 ਵਾਰ ਲਿਖ ਦਿੱਤਾ, ਚਾਹੇ ਮੈਂ ਇਸ ਹਾਈਡਰੋਜਨ ਨੂੰ 10 ਵਾਰ ਲਿਖਾਂ, ਚਾਹੇ 15 ਵਾਰ ਲਿਖਾਂ, ਚਾਹੇ 5 ਵਾਰ ਲਿਖਾਂ, ਹਰ ਇੱਕ ਕੰਡੀਸ਼ਨ ਦੇ ਵਿੱਚ ਹਰ ਇੱਕ ਵਾਰੀ ਜਦੋਂ ਮੈਂ ਹਾਈਡਰੋਜਨ ਐਟਮ ਲਿਖੂੰਗੀ ਤਾਂ ਇਸ ਐਲੀਮੈਂਟ ਦਾ ਮਾਸ ਸੇਮ ਰਹੇਗਾ ਤੇ ਇਹਦੀਆਂ ਕੈਮੀਕਲ ਪ੍ਰੋਪਰਟੀਜ਼ ਸੇਮ ਰਹਿਣਗੀਆਂ। ठीक है। एटम्स ऑफ डिफरेंट एलिमेंट्स हैव डिफरेंट मासेस एंड केमिकल। अगर मैं हाइड्रोजन और ऑक्सीजन ਨੂੰ ਕੰਪੇਅਰ ਕਰਾਂ ਤਾਂ ਇਹ ਡਿਫਰੈਂਟ ਐਟਮਸ ਨੇ, ਇਹਨਾਂ ਦੀਆਂ ਪ੍ਰੋਪਰਟੀਜ਼ ਵੀ ਡਿਫਰੈਂਟ ਹੋਣਗੀਆਂ, ਇਹਨਾਂ ਦੇ ਮਾਸਸ ਵੀ ਡਿਫਰੈਂਟ ਹੋਣਗੇ। ਐਟਮਸ ਕੰਬਾਈਨ ਇਨ ਦਾ ਰੇਸ਼ੀਓ ਆਫ ਸਮ ਹੋਲ ਨੰਬਰਸ। ਜਦੋਂ ਵੀ ਐਟਮ ਦੂਸਰੇ ਐਟਮ ਨਾਲ ਕੰਬਾਈਨ ਕਰਦਾ ਤਾਂ ਇੱਕ ਹੋਲ ਨੰਬਰ ਦੇ ਵਿੱਚ ਕੰਬਾਈਨ ਕਰਦਾ ਹੈ, ਓਕੇ, ਫ੍ਰੈਕਸ਼ਨ ਵਿੱਚ ਹੈ, ਯਾਨੀ ਕਿ 1/2 2/3 ਦੀ ਫਾਰਮ 'ਚ ਇਹ ਕੰਬਾਈਨ ਨਹੀਂ ਕਰਦਾ। ਦ ਰਿਲੇਟਿਵ ਨੰਬਰ ਐਂਡ kinds of atoms are constant in a given compound। ਕਿਸੇ ਵੀ ਕੰਪਾਊਂਡ ਦੇ ਵਿੱਚ ਜਿਹੜੇ ਐਟਮਸ ਨੇ, ਰਿਲੇਟਿਵ ਨੰਬਰ ਆਫ ਐਟਮਸ ਨੇ, ਉਹ ਕੀ ਹੁੰਦੇ ਨੇ? ਕੌਨਸਟੈਂਟ। ਲਾਈਕ ਜਿਵੇਂ ਵਾਟਰ ਦੀ ਐਗਜ਼ਾਮਪਲ ਦੇ ਰਹੀ ਹਾਂ ਮੈਂ, ਉਹਦੇ ਵਿੱਚ ਅਗਰ ਹਾਈਡਰੋਜਨ ਜਿਹੜਾ ਐਟਮ ਹੈ, ਅਗਰ 2 ਐਟਮਸ ਨੇ ਹਾਈਡਰੋਜਨ ਦੇ ਕੰਬਾਈਨ ਹੁੰਦੇ ਨੇ ਆਕਸੀਜਨ ਦੇ ਨਾਲ, ਤਾਂ ਹਮੇਸ਼ਾ 2 ਹੀ ਹੋਣਗੇ, ਓਕੇ। ਇਹ ਸਾਰੇ ਸੀਗੇ ਡਾਲਟਨ ਦੇ ਪੋਸਟੂਲੇਟ। ਹੁਣ ਸਾਡਾ ਨੈਕਸਟ ਟੌਪਿਕ ਹੈ ਐਟਮ ਕੀ ਹੈ। ਆਲਰੇਡੀ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਕਿ ਐਟਮ ਦੀ ਡੈਫੀਨੇਸ਼ਨ ਕੀ ਹੈ। ਜਿਸ ਤਰ੍ਹਾਂ ਇੱਕ ਬਿਲਡਿੰਗ ਨੂੰ ਬਣਾ ਲਈਏ ਅਸੀਂ, ਛੋਟੀਆਂ ਛੋਟੀਆਂ ਬ੍ਰਿਕਸ ਲੈਂਦੇ ਹਾਂ, ਠੀਕ ਹੈ, ਔਰ ਬਹੁਤ ਬੜੀ ਬਿਲਡਿੰਗ ਕ੍ਰੀਏਟ ਹੋ ਜਾਂਦੀ ਹੈ। ਉਸ ਤਰ੍ਹਾਂ ਹੀ ਸਾਡੀ ਬੋਡੀ ਦੇ ਵਿੱਚ, ਠੀਕ ਹੈ, ਸਾਡੀ ਪੂਰੀ ਬੋਡੀ ਕਿਸ ਚੀਜ਼ ਨਾਲ ਬਣੀ ਹੋਈ ਹੈ? ਸੈਲਸ ਦੇ ਨਾਲ ਬਣੀ ਹੋਈ ਹੈ। ਸੈੱਲ ਨੂੰ ਕੰਬਾਈਨ ਕਰਕੇ ਸਾਡੇ ਟਿਸ਼ੂਜ਼ ਬਣਦੇ ਨੇ, ਟਿਸ਼ੂ ਨੂੰ ਕੰਬਾਈਨ ਕਰਕੇ ਆਰਗਨ ਬਣਦਾ ਹੈ। ਇਸੇ ਤਰ੍ਹਾਂ ਹੀ ਐਟਮਸ, ਜਿੰਨੇ ਵੀ ਮੈਟਰਸ ਨੇ ਉਹ ਸਾਰੇ ਐਟਮਸ ਦੇ ਬਣੇ ਹੋਏ ਨੇ। ਐਟਮਸ ਨੂੰ ਕੰਬਾਈਨ ਕਰਕੇ ਮੋਲੀਕਿਊਲਸ ਬਣਦੇ ਨੇ, ਮੋਲੀਕਿਊਲਸ ਨੂੰ ਕੰਬਾਈਨ ਕਰਕੇ ਕੰਪਾਊਂਡਸ ਐਂਡ ਮਿਕਸਚਰਸ ਬਣਦੇ ਨੇ, ਓਕੇ। ਕਹਿੰਦੇ ਐਟਮ ਦਾ ਸਾਈਜ਼ ਕੀ ਹੈ? ਐਟਮ ਦਾ ਸਾਈਜ਼ ਇੰਨਾ ਸਮॉल ਹੈ, ਇੰਨਾ ਸਮॉल ਹੈ ਕਿ ਅਸੀਂ ਇਸ ਨੂੰ ਮੇਜ਼ਰ ਨਹੀਂ ਕਰ ਸਕਦੇ, ਅਸੀਂ ਇਹਦੇ ਸਾਈਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਠੀਕ ਹੈ। तो इसलिए इन्होंने साइज तो दिते हुए ने, लेकिन इन्होंने स्टैंडर्ड साइज ने, इन्होंने साइज रिलेटिव साइजेस फाइंड किए ने। मीनस कि असी एटम का साइज नहीं फाइंड कर सकते। एक्चुअल च एटम का साइज अगर मैं कहां कि एक हाइड्रोजन एटम का साइज मैंने दस्या जाए तो असी वो हाइड्रोजन एटम का साइज नहीं फाइंड कर सकते। हाँ, बट असी दा रिलेटिव साइज फाइंड कर। रिलेटिव साइज का मतलब की है, एक एटम नूं जो दूसरे एटम नाल कंपेयर किया जाता है तो जिहड़ा उहदा मास फाइंड हुंदा उस टाइम ते उहनूं असी रिलेटिव मास कहने आ, ओके। उहदा रिलेटिव साइज सानूं फाइंड है। नैक्सट इज द एटम्स ਨੂੰ ਸਿੰਬਲਾਈਜੇਸ਼ਨ ਦਿੱਤਾ ਗਿਆ। ਹੁਣ ਐਟਮਸ ਦਾ ਬਹੁਤ ਸਾਰੇ, ਡਾਲਟਨ ਇਹ ਜਿਹਾ ਫਸਟ ਸਾਇੰਟਿਸਟ ਸੀਗਾ ਜਿਹਨੇ ਐਲੀਮੈਂਟਸ ਨੂੰ ਸਿੰਬਲ ਦਿੱਤੇ ਸੀਗੇ। ਹਾਈਡਰੋਜਨ ਦਾ ਸਿੰਬਲ, ਕਾਰਬਨ ਦਾ, ਆਕਸੀਜਨ, ਫਾਸਫੋਰਸ, ਸਲਫਰ, ਇਸ ਤਰ੍ਹਾਂ ਦੇ ਬਹੁਤ ਸਾਰੇ ਸਿੰਬਲ ਸੀ। ਇਹ ਐਂਸ਼ੀਅੰਟ ਟਾਈਮ ਦੀ ਗੱਲ ਹੈ, ਬਹੁਤ ਪੁਰਾਣੇ ਟਾਈਮ ਦੀ ਗੱਲ ਹੈ। ਲੇਕਿਨ ਜਿਵੇਂ ਜਿਵੇਂ ਸਾਇੰਸ ਵਿੱਚ ਡਿਸਕਵਰੀ ਹੁੰਦੀ ਗਈ, ਰਿਸਰਚਸ ਹੁੰਦੀਆਂ ਗਈਆਂ, ਤਾਂ ਸਾਇੰਸ ਨੇ ਤਰੱਕੀ ਕੀਤੀ, ਠੀਕ ਹੈ। ਸਟਾਰਟਿੰਗ ਵਿੱਚ ਕੀ ਹੁੰਦਾ ਸੀਗਾ, ਜਦੋਂ ਜਿਸ ਐਲੀਮੈਂਟ ਜਿਸ ਜਗ੍ਹਾ ਤੋਂ ਕ੍ਰੀਏਟ ਕੀਤਾ ਜਾਂਦਾ ਸੀ ਉਹਨੂੰ ਉਸ ਚੀਜ਼, ਉਸੇ ਦਾ ਸਿੰਬਲ ਦੇ ਦਿੱਤਾ ਜਾਂਦਾ ਸੀਗਾ, ਠੀਕ ਹੈ। ਬਟ ਹੌਲੀ ਹੌਲੀ gold was taken from the English word meaning yellow। nowadays IUPAC ਇੱਕ organization ਹੈ, ਇਹਦੀ full form ਹੈਗੀ ਹੈ International Union of Pure and Applied Chemistry। ਇਹ ਜਿਹੜੀ ਯੂਨੀਅਨ ਹੈ IUPAC ਨੇਮ ਦਿੱਤਾ ਜਾਂਦਾ ਆ ਐਲੀਮੈਂਟਸ ਨੂੰ।
ਇਹ ਨੇਮ ਕਿਸ ਬੇਸ ਤੇ ਦਿੱਤਾ ਜਾਂਦਾ ਆ, ਉਸ ਐਲੀਮੈਂਟ ਦੇ ਪੂਰੇ ਨਾਮ ਦੇ ਜਿਹੜਾ ਫਸਟ ਲੈਟਰ ਹੁੰਦਾ ਆ ਉਹ ਕੈਪੀਟਲ ਲੈਟਰ ਨੂੰ ਉਹਦਾ ਸਿੰਬਲ ਮੰਨਿਆ ਜਾਂਦਾ ਹੈ। ਪਹਿਲੀ ਕੰਡੀਸ਼ਨ ਇਹ ਹੁੰਦੀ ਹੈ। ਦੂਸਰੀ ਕੰਡੀਸ਼ਨ ਇਹ ਹੁੰਦੀ ਹੈ ਕਿ ਉਹਦਾ ਲੈਟਿਨ ਵਰਡ ਆਪਾਂ ਸੁਣਦੇ ਨਾ ਲਾਤੀਨੀ ਭਾਸ਼ਾ ਵਿੱਚ ਬੋਲਿਆ ਜਾਂਦਾ ਹੈ, ਤੋ ਜਾਂ ਫਿਰ ਜਾਂ ਤਾਂ ਉਹਦਾ ਕੈਪੀਟਲ ਲੈਟਰ ਦਾ ਅਪਰ ਕੇਸ ਦਿੱਤਾ ਜਾਂਦਾ ਆ, ਜਾਂ ਸੈਕੰਡ ਲੈਟਰ ਜਿਹੜਾ ਹੁੰਦਾ ਲੋਅਰ ਕੇਸ ਦਿੱਤਾ ਜਾਂਦਾ ਆ, ਠੀਕ ਹੈ, ਜਾਂ ਫਿਰ ਉਹਦੇ ਲੈਟਿਨ ਵਰਡਸ ਦੇ ਉਹਦੇ ਸਿੰਬਲ ਦਿੱਤੇ ਜਾਂਦੇ ਨੇ। ਅਗਰ ਹਾਈਡਰੋਜਨ ਦਾ ਕੋਈ ਲੈਟਿਨ ਨੇਮ ਹੋਏਗਾ ਤਾਂ ਮੇਬੀ ਉਹਦਾ ਸਿੰਬਲ ਦਿੱਤਾ ਜਾਏਗਾ। ਹੁਣ ਹਾਈਡਰੋਜਨ ਦਾ ਸਭ ਤੋਂ ਪਹਿਲਾ ਲੈਟਰ ਐਚ ਹੈ ਕੈਪੀਟਲ, ਐਲੂਮੀਨੀਅਮ ਦਾ ਪਹਿਲਾ ਲੈਟਰ ਏ ਹੈ ਕੈਪੀਟਲ, ਔਰ ਸੈਕੰਡ ਜਿਹੜਾ ਉਹ ਸਮਾਲ ਲੈਣਾ। ਓਕੇ, ਕੋਬਾਲ ਦਾ ਫਸਟ ਕੈਪੀਟਲ ਹੈ, ਸੈਕੰਡ ਜਿਹੜਾ ਹੈਗਾ ਉਹ ਸਮਾਲ ਲੈਣਾ। ਇਹ ਹੋ ਗਏ ਸਿੰਬਲਸ। ਇਸ ਤਰ੍ਹਾਂ ਬੁੱਕ ਦੇ ਵਿੱਚ ਬਹੁਤ ਸਾਰੇ ਐਲੀਮੈਂਟਸ ਹੈ, ਜਦੋਂ ਤੁਹਾਡੇ ਕੋਲ ਬੁੱਕ ਆਏਗੀ ਤੁਸੀਂ ਉਹਨੂੰ ਦੇਖ ਲਿਓ ਤੇ ਉਹਦੇ ਸਿੰਬਲਸ ਦਿੱਤੇ ਹੋਏ ਨੇ। ਇਹ ਸਿੰਬਲਸ ਤੁਸੀਂ ਯਾਦ ਕਰਨੇ ਆ। ਨਾਓ ਨੈਕਸਟ ਇਜ਼ ਦਾ ਐਟੋਮਿਕ ਮਾਸ। ਐਲੀਮੈਂਟ ਦਾ ਐਟੋਮਿਕ ਮਾਸ ਕੀ ਹੈ? ਐਟਮ ਦਾ ਸਾਈਜ਼ ਇੰਨਾ ਸਮਾਲ ਹੈ ਕਿ ਅਸੀਂ ਇਹਦਾ ਐਕਚੁਅਲ ਸਾਈਜ਼ ਫਾਈਂਡ ਨਹੀਂ ਕਰ ਸਕਦੇ ਇੰਡੀਵਿਜੂਅਲ ਦਾ। तो फिर इस केस च की किया जाता है, एटम का रिलेटिव मास फाइंड किया जाता है। रिलेटिव मास का मतलब होंगे एक एटम नू दूसरे एटम नाल या दूसरिया बाकी चीज़ों नाल कंपेयर किया जाता है तो वह रिलेटिव मास फाइंड किया जाता है। ठीक है, पुराने समय के जदों यूनिट्स नहीं सीगियां, लाइक अगर आप हुण कुछ चीज़ मेजर करते हैं तो असी किलोग्राम दे विच मेजर करते हैं। ठीक है, ग्राम हो गए, लीटरस हो गए, उस टाइम ये चीज़ां नहीं सीगियां। तो उस टाइम की हुंदा सी, मान लो एक यूनिट इन्होंने ले लिया, लाइक तरबूज है, वाटरमैलन है। ठीक है, ये वाटरमैलन नू इन्होंने इहदे पीसिस कर ले, एक पीस नू 2 एप्पल से इक्वल किया। तो इन्होंने बेसिक यूनिट की लिता, एक वाटरमैलन लिता। ओके, तो जदों भी इन्होंने एप्पल की मेजरमेंट करनी है तो वाटरमैलन नू इन्होंने बेसिक यूनिट मान के इहदे रिलेटेडली इहदे रिलेटिव एप्पल्स का मेजरमेंट किया गया। इस तरह ही एटम दे विच भी हुंदा है। तो एटम दा जिहड़ा रिलेटिव मास है वो किहदे नाल मेजर किया जाता है? कार्बन आइसोटोप दे नाल। ओके, कार्बन 12 आइसोटोप। सब तो पहले ये हाइड्रोजन नाल किया जाता सी, बट हाइड्रोजन दे आइसोटोप्स 3 हुंदे ने। ठीक है, इसलिए यह पॉसिबल नहीं हुंदा। कार्बन दा इक्को ही आइसोटोप हुंदा है, कार्बन 12। आइसोटोप्स की हुंदे ने फर्दर नैक्सट चैप्टर च तुहानूं समझाऊंगी। कार्बन दा इक्को ही आइसोटोप हुंदा है, कार्बन 12। ठीक है, इनू असी स्टैंडर्ड यूनिट लिए चूज किया जाता है एटॉमिक मास फाइंड करने के लिए। ठीक है, तो हुण 1 एटॉमिक मास यूनिट की है? 1 एटॉमिक मास यूनिट ले लिया इन्होंने। ठीक है, किदे इक्वल है? 1/12 1/12 द मास ऑफ C12। ओके, 1 एटॉमिक मास यूनिट इज 1/12 द मास ऑफ द कार्बन 12। इस तो यूनिट आ गई। हुण मैं अगर कहां कि कार्बन है, कार्बन का मेरे को एटॉमिक मास जिहड़ा हैगा वो 14 है। AMU 14 एटॉमिक मास यूनिट है। ओके, तो इहदा मतलब की है, जिहड़ा कार्बन है ओह 1/12 है 14 दा। ओके, ये मास है कार्बन एटम का। कार्बन एटम का मास है की है वो मास ऑफ कार्बन एटम 1/12 ऑफ दी 14 एटॉमिक मास यूनिट। ओके, नेक्स्ट टॉपिक आ गया व्हाट इज मॉलिक्यूल। मॉलिक्यूल की है? एटम्स नू कंबाइन करके मॉलिक्यूल बनता है। जिवें सैल नू कंबाइन करके एक जो वो सैल सो इको ही तरह का फंक्शन करते हैं, उन्होंने कंबाइन करके एक टिश्यू बनता है। मॉलिक्यूल्स नू मॉलिक्यूल किवें बनते हैं? 2 एटम्स या 2 to more एटम्स, 2 तो वध एटम्स नू कंबाइन करके जो बनता है वो मॉलिक्यूल बनता है। हुण हाइड्रोजन हाइड्रोजन एटम है सिंगल। ठीक है, अगर इस तरह दे 2 हाइड्रोजन एटम, हाइड्रोजन और एक होर हाइड्रोजन, 2 हाइड्रोजन एटम कंबाइन होंगे तो साडे कोल हाइड्रोजन मॉलिक्यूल बनेगा। ये H2 मॉलिक्यूल है। इसी तरह ही O2 मॉलिक्यूल बनेगा। राइट, नैक्सट है कि मॉलिक्यूल्स या टाइप्स की ने। मॉलिक्यूल्स फर्दर टाइप्स होंदियां ने इन्हां दियां।
ਲਾਈਕ ਮੋਨੋਟੋਮਿਕ, ਜਿਹਦੇ ਵਿੱਚ ਮੋਨੋ ਮੀਨਸ ਸਿੰਗਲ, ਓਕੇ, ਸਿੰਗਲ ਐਟਮ ਹੈ। ਡਾਇਆਟੋਮਿਕ, ਡਾਇਆਟੋਮਿਕ ਜਿਹਦੇ ਵਿੱਚ ਡਬਲ ਐਟਮ ਹੈ। ਹੁਣ ਆ ਜਿਹੜੀਆਂ ਐਗਜ਼ਾਮਪਲ ਮੈਂ ਦਿੱਤੀਆਂ ਤੁਹਾਨੂੰ, ਇਹ ਡਾਇਆਟੋਮਿਕ ਮੋਲੀਕਿਊਲ ਦੀਆਂ ਨੇ। ਸਿਮਿਲਰਲੀ ਟ੍ਰਾਇਆਟੋਮਿਕ, ਜਿਹਦੇ ਵਿੱਚ 3 ਹੁੰਦੇ ਨੇ, O3 ਓਜ਼ੋਨ ਮੋਲੀਕਿਊਲ ਜਿਹੜਾ ਹੈਗਾ, ਇਹ ਟ੍ਰਾਇਆਟੋਮਿਕ ਮੋਲੀਕਿਊਲ ਹੈ। ਸਿਮਿਲਰਲੀ ਜਦੋਂ 4 ਤੋਂ ਵੱਧ ਐਟਮਸ ਕੰਬਾਈਨ ਹੁੰਦੇ ਨੇ, ਉਦੋਂ ਅਸੀਂ ਕਹਿੰਦੇ ਹਾਂ ਪੋਲੀਐਟੋਮਿਕ। ਲਾਈਕ ਫਾਸਫੋਰਸ, P4, 4 ਮੋਲੀਕੂਲਸ ਜਿਹਦੇ ਕੰਬਾਈਨ ਹੁੰਦੇ ਨੇ। ਸਲਫਰ ਦੇ 8 ਮੋਲੀਕੂਲਸ ਕੰਬਾਈਨ ਹੋ ਕੇ, 8 ਐਟਮਸ ਕੰਬਾਈਨ ਹੋ ਕੇ ਸਲਫਰ ਦਾ ਇੱਕ ਮੋਲੀਕੂਲ ਬਣਾਉਂਦੇ ਨੇ। ਠੀਕ ਹੈ। ਤਾਂ ਨੈਕਸਟ ਟੌਪਿਕ ਆਉਂਦਾ ਆਪਣਾ ਕੰਪਾਊਂਡਸ। ਕੰਪਾਊਂਡਸ ਕੀ ਨੇ? what are compounds? See, ਐਟਮ ਕੰਬਾਈਨ ਹੋ ਕੇ ਕੀ ਬਣਾ ਰਹੇ ਨੇ? ਮੋਲੀਕਿਊਲਸ। ਮੋਲੀਕਿਊਲਸ ਕੰਬਾਈਨ ਹੋ ਕੇ ਕੀ ਬਣਾਉਣਗੇ? ਇੱਕ ਕੰਪਾਊਂਡ। ਇਹਦੀ ਸਭ ਤੋਂ ਬੇਸਿਕ ਐਗਜ਼ਾਮਪਲ ਹੈਗੀ ਹੈ ਵਾਟਰ ਦੀ। ਓਕੇ, ਹਾਈਡਰੋਜਨ ਦਾ ਮੋਲੀਕਿਊਲ ਤੇ ਆਕਸੀਜਨ ਦਾ ਮੋਲੀਕਿਊਲ ਕੰਬਾਈਨ ਹੋ ਕੇ ਕੀ ਬਣਾ ਰਹੇ ਨੇ? ਇੱਕ ਵਾਟਰ ਮੋਲੀਕਿਊਲ ਬਣਾ ਰਹੇ ਨੇ। ਵਾਟਰ ਦਾ ਮੋਲੀਕਿਊਲ ਜਿਹਨੂੰ ਅਸੀਂ ਕੀ ਬੋਲਦੇ ਆ? ਵਾਟਰ ਕੀ ਹੈ? ਇੱਕ ਕੰਪਾਊਂਡ ਹੈ। ਓਕੇ, ਨੈਕਸਟ ਹੈ ਕੰਪਾਊਂਡ ਦੀ ਫਾਰਮੇਸ਼ਨ ਐਕਚੁਅਲ 'ਚ ਹੁੰਦੀ ਕਿਵੇਂ ਹੈ? ਕੰਪਾਊਂਡ ਦੇ ਵਿੱਚ ਮੈਟਲ ਤੇ ਨਾਨ ਮੈਟਲ ਨੂੰ ਕੰਬਾਈਨ ਕਰਕੇ ਵੀ ਕੰਪਾਊਂਡ ਬਣਦਾ ਹੈ। ਮੈਟਲ ਨੂੰ ਕੰਬਾਈਨ ਕਰਕੇ ਵੀ ਕੰਪਾਊਂਡ ਬਣਦਾ ਹੈ। ਓਕੇ, ਤੇ ਨਾਨ ਮੈਟਲ ਨੂੰ ਕੰਬਾਈਨ ਕਰਕੇ ਕੰਪਾਊਂਡ ਨਹੀਂ ਬਣਦਾ। ਤੋ ਕੰਪਾਊਂਡ ਦੀ ਫਾਰਮੇਸ਼ਨ ਵਾਸਤੇ ਐਕਚੁਅਲ ਸਾਨੂੰ ਕੀ ਚਾਹੀਦੇ ਨੇ? ਰੈਡੀਕਲਸ ਚਾਹੀਦੇ ਨੇ। ਨਾ ਰੈਡੀਕਲਸ ਕੀ ਹੈ? ਰੈਡੀਕਲਸ ਜਦੋਂ ਕਿਸੇ ਐਲੀਮੈਂਟ ਦੇ ਉੱਪਰ ਚਾਰਜ ਆਉਂਦਾ ਹੈ, ਮੇਬੀ ਉਹ ਪੋਜ਼ਿਟਿਵ ਚਾਰਜ ਆਵੇ, ਮੇਬੀ ਉਹ ਨੈਗੇਟਿਵ ਚਾਰਜ ਆਵੇ। ਠੀਕ ਹੈ, ਜਦੋਂ ਕਿਸੇ ਐਲੀਮੈਂਟ ਦੇ ਉੱਪਰ ਚਾਰਜ ਆਉਂਦਾ ਹੈ ਤਾਂ ਉਹ ਇੱਕ ਤਰ੍ਹਾਂ ਦਾ ਰੈਡੀਕਲ ਬਣ ਜਾਂਦਾ ਹੈ। ਰੈਡੀਕਲਸ, ਪੋਜ਼ਿਟਿਵ ਰੈਡੀਕਲ, ਨੈਗੇਟਿਵ ਰੈਡੀਕਲ, ਇਹਨਾਂ ਨੂੰ ਅਸੀਂ ਨੇਮ ਦਿੰਦੇ ਹਾਂ। ਜਦੋਂ ਕੋਈ ਐਲੀਮੈਂਟ ਰੈਡੀਕਲਸ ਕਨਵਰਟ ਹੁੰਦਾ ਤਾਂ ਉਹ ਪੋਜ਼ਿਟਿਵ ਚਾਰਜ ਐਕਵਾਇਰ ਕਰਦਾ ਆ ਤੇ ਨੈਗੇਟਿਵ ਚਾਰਜ ਐਕਵਾਇਰ ਕਰਦਾ ਹੈ। ਓਕੇ, ਜੋ ਨੈਗੇਟਿਵਲੀ ਚਾਰਜ ਆਇਨ ਹੈ ਉਹਨੂੰ ਅਸੀਂ ਬੋਲਦੇ ਹਾਂ ਅਨਾਇਨ, ਔਰ ਜੋ ਪੋਜ਼ਿਟਿਵਲੀ ਚਾਰਜ ਆਇਨ ਹੁੰਦਾ ਆ ਉਹਨੂੰ ਅਸੀਂ ਬੋਲਦੇ ਹਾਂ ਕੈਟਾਇਨ। ਕਲੀਅਰ? ਦੀ ਐਗਜ਼ਾਮਪਲ ਹੈਗੀ ਹੈ ਸੋਡੀਅਮ ਕਲੋਰਾਈਡ। ਸੋਡੀਅਮ ਕਲੋਰਾਈਡ ਸਿੰਪਲ ਸਾਲਟ ਜਿਹੜਾ ਅਸੀਂ ਘਰ ਦੇ ਵਿੱਚ ਖਾਂਦੇ ਹਾਂ। ਓਕੇ, ਸੋਡੀਅਮ ਦਾ ਪਲਸ ਆਇਨ ਪਲਸ ਕਲੋਰੀਨ ਦਾ ਨੈਗੇਟਿਵ ਆਇਨ। ਸੋ ਇਹ ਕੀ ਹੈ? ਇਹ ਕੈਟਾਇਨ ਹੈ, ਇਹ ਅਨਾਇਨ ਹੈ। ਇਹ ਦੋਨੋਂ ਕੰਬਾਈਨ ਕਰਕੇ ਸੋਡੀਅਮ ਕਲੋਰਾਈਡ ਇੱਕ ਕੰਪਾਊਂਡ ਬਣਾਉਂਦੇ ਨੇ। ਓਕੇ, ਹੁਣ ਇਹ ਫਾਰਮੂਲਾ ਬਣਿਆ, ਐਕਚੁਅਲ 'ਚ ਇਹਦਾ ਨਾਮ ਸੋਡੀਅਮ ਕਲੋਰਾਈਡ ਹੈ। ਓਕੇ, ਕੰਪਾਊਂਡ ਨੂੰ ਸਿੰਬਲਾਈਜ਼ ਕਰਨ ਦੇ ਲਈ ਫਾਰਮੂਲਾਜ਼ ਹੁੰਦੇ ਨੇ। ਹੁਣ ਇਹ ਫਾਰਮੂਲਾਜ਼ ਲਿਖਣ ਦਾ ਇੱਕ ਪੈਟਰਨ ਹੁੰਦਾ ਹੈ। ਉਹ ਪੈਟਰਨ ਕੀ ਹੈ? ਲਾਈਕ ਹੁਣ ਮੈਂ ਇੱਥੇ ਫਾਰਮੂਲਾ ਲਿਖਿਆ ਸੋਡੀਅਮ ਕਲੋਰਾਈਡ ਦਾ, ਕਿਸ ਬੇਸ ਤੇ ਲਿਖਿਆ? ਇਹਦੇ ਆਇਨਸ ਦੇ ਬੇਸ ਤੇ ਲਿਖਿਆ। ਠੀਕ ਹੈ, ਤਾਂ ਇਹ ਆਇਨਸ ਬਣੇ ਕਿਵੇਂ? ਇਹ ਆਇਨਸ ਬਣਦੇ ਨੇ ਇਹਨਾਂ ਦੀ ਕੰਬਾਈਨਿੰਗ ਕੈਪੈਸਿਟੀ ਦੇ ਬੇਸ ਤੇ, ਜਿਹਨੂੰ ਅਸੀਂ ਕੀ ਬੋਲਦੇ ਆ? ਵੈਲੈਂਸੀ। ਕੰਪਾਊਂਡ ਦੀ ਫਾਰਮੇਸ਼ਨ ਕਿਸੇ ਵੀ ਐਲੀਮੈਂਟ ਦੀ ਵੈਲੈਂਸੀ ਦੇ ਉੱਪਰ ਡਿਪੈਂਡ ਕਰਦੀ ਹੈ। ਵੈਲੈਂਸੀ ਦਾ ਮਤਲਬ ਕੀ ਹੈ? ਕੰਬਾਈਨਿੰਗ ਕੈਪੈਸਿਟੀ of an element. Combining capacity of an element is known as its valency. ਹੁਣ here sodium ਦੀ combining capacity ਕੀ ਹੈ? 1. chlorine ਦੀ combining capacity ਕੀ ਹੈ? 1. sodium, ਇਹ sodium atom ਹੈ। sodium ਦੀ combining capacity ਜਦੋਂ ਅਸੀਂ ਇਹਦੇ ਉੱਪਰ ਲਿਖ ਦਿੰਨੇ ਆ ਪਲੱਸ, ਇਹ ਬਣ ਗਿਆ sodium ion। ਇਹ chlorine atom ਹੈ, ਇਹ ਬਣ ਗਿਆ chlorine ion, or we can say it chloride। oxygen, ਇਹ oxygen ਹੈ, ਇਹ oxygen ion, और ਅਸੀਂ ਇਹਨੂੰ ਬੋਲਦੇ ਹਾਂ oxide। clear? ਹਾਈਡਰੋਜਨ ਹੈ, ਇਹ ਹਾਈਡਰੋਜਨ ion, और ਅਸੀਂ ਇਹਨੂੰ ਬੋਲਦੇ ਹਾਂ ਹਾਈਡਰੋਜਨ। ਸਿੰਪਲ। H ਅਗਰ ਇਹਦੇ ਉੱਪਰ ਨੈਗੇਟਿਵ ਚਾਰਜ ਹੈ ਅਸੀਂ ਇਹਨੂੰ ਬੋਲਦੇ ਹਾਂ ਹਾਈਡਰਾਈਡ। ਕਲੀਅਰ? ਇਹ ਸਾਰੇ ਇਹਨਾਂ ਦੇ ਸਿੰਬਲਸ ਨੇ। ਬਹੁਤ ਸਾਰੇ ਹੋਰ ਵੀ ਐਲੀਮੈਂਟਸ ਨੇ ਜਿਨ੍ਹਾਂ ਦੇ ਸਿੰਬਲਸ ਹੈਗੇ ਨੇ। ਨੈਕਸਟ ਟੌਪਿਕ ਹੈਗਾ ਕਿ ਕੰਪਾਊਂਡਸ ਬਣਦੇ ਕਿਵੇਂ ਨੇ। ਮੈਂ ਤੁਹਾਨੂੰ ਇੱਕ ਦੀ ਐਗਜ਼ਾਮਪਲ ਦਊਂਗੀ। ਠੀਕ ਹੈ, ਮੰਨ ਲਓ ਮੇਰੇ ਕੋਲ ਇੱਕ ਕੰਪਾਊਂਡ ਹੈ ਹਾਈਡਰੋਜਨ ਕਲੋਰਾਈਡ ਦਾ।
हाइड्रोजन क्लोराइड। ओके, हुण मैनू इस कंपाउंड की फॉर्मेशन करनी है। सिंबल्स, फॉर्मूला, सिंपल कंपाउंड का फॉर्मूला लिखना है। हुण हाइड्रोजन क्लोराइड नू सिंपलाइज किवें करूँगी, ਇਹਦਾ फॉर्मूला नहीं पता मैनू, तो असी सैपरेट कर लैंदे हैं हाइड्रोजन एंड क्लोरीन। ओके, सैपरेट हो गए। हाइड्रोजन की कंबाइनिंग कैपेसिटी लिखो +1, क्लोरीन की कंबाइनिंग कैपेसिटी की है -1। प्लस और नैगेटिव ये मैथ्स नहीं है, प्लस और माइनस साइन कुछ मैटर नहीं करते, सिर्फ नंबरस मैटर करते हैं। इन्होंने क्रॉस मल्टीप्लाई कर दो, ठीक है। H1 ना मल्टीप्लाई होया और Cl1 दे नाल। ओके, दिस इज द फॉर्मूला HCl। ओके, यू कैन राइट हियर एदी वैलेंसी है, ठीक है। प्लस माइनस साइन ना ही लिखो तो बेटर है, अगर लिख भी लोगे तो कोई गलत नहीं है। सिमिलरली नेक्स्ट कंपाउंड आ जाता थोड़ा कार्बन टेट्रा क्लोराइड। ओके, कार्बन टेट्रा क्लोराइड, तो कार्बन और क्लोरीन, क्लोरीन, ठीक है। टेट्रा क्लोराइड है, इट मीनस इतने किन्ने कार्बन क्लोरीन ने, 4 क्लोरीन ने। ओके, असी ये नहीं देखना, आप सिर्फ एलीमेंट्स देखो किहड़े किहड़े ने, कार्बन ते क्लोरीन लिखता। कार्बन की कंबाइनिंग कैपेसिटी, यदी वैलेंसी कितनी है, कार्बन की वैलेंसी 4 होंगी है, क्लोरीन की 1, क्रॉस मल्टीप्लाई कर दो, तो कार्बन के नाल 1 मल्टीप्लाई हो गया, क्लोरीन के नाल 4। जो चीज़ मल्टीप्लाई हो रही है वो बॉटम ते आएगी। क्लीयर है, ये हो गया साडियां एग्जाम्पल्स कंपाउंड की फॉर्मेशन दी। क्लीयर है, ये थ्योरी पार्ट साडा हो गया। हुण नैक्सट न्यूमैरिकल पार्ट आंदा है इस चैप्टर का, जिहदे विच मॉलिक्यूलर मास मोल कॉन्सैप्ट आंदा है, ठीक है।